जेकर आशू बांगड़ अपने आप को उम्मीदवार शो करता है 250 किलोमीटर दूर का रहने वाला, जलंधर का रहने वाला ਉਹਦਾ ਫਿਰੋਜ਼ਪੁਰ ਚ ਕੀ ਹੈ। ਫਿਰੋਜ਼ਪੁਰ ਦਿਹਾਤੀ ਦੇ 10 ਪਿੰਡਾਂ ਦੇ ਸਰਪੰਚਾਂ ਦੇ ਨਾਂ ਹੀ ਗਿਣਾ ਦੇਵੇ, ਮੈਂ ਕਹਿੰਦਾ ਵੀ ਬੜੀ ਵੱਡੀ ਗਨੀਮਤ ਆਉਂਦੀ ਵਾਸਤੇ। क्यों टिकट देगी आशू बांगड़ ਨੂੰ पार्टी? टिकट मुख्यमंत्री ने ਉਹਨੂੰ ਸ਼ਾਮਲ ਕਰਵਾਇਆ ਜੀ। ਉਹਦੇ ਚ ਉਹਨਾਂ ਨੇ ਕਿਹਾ ਸੀ ਨਸ਼ੇ ਦਾ ਲੱਕ ਤੋੜ ਦਿਆਂਗੇ, ਉਹ ਲੱਕ ਤੋੜਿਆ ਉਹਨਾਂ ਨੇ। ਵੱਡੇ ਵੱਡੇ ਨਸ਼ੇ ਦੇ ਸੁਦਾਗਰ ਫੜੇ ਆ, ਬੜੀ ਵੱਡੇ ਪੱਧਰ ਤੇ ਰਿਕਵਰੀ ਹੋਈ ਆ ਪਿਛਲੇ ਸਮਿਆਂ ਦੇ ਵਿੱਚ। ਟਿਕਟ ਉਹਨਾਂ ਨੂੰ ਮਿਲੀ ਹੋਈ ਸੀ, ਉਮੀਦਵਾਰ ਲਾਣੇ ਹੋਏ ਸੀ, ਟਿਕਟ ਛੱਡ ਕੇ ਉਹ ਗਏ ਆ। ਆਖਰ ਅਗਰ ਉਹਨਾਂ ਨੂੰ ਅੱਗੇ ਕੁਝ ਦਿਸਿਆ, ਟਿਕਟ ਮਿਲਣ ਦਾ ਚਾਂਸ ਦਿਸਿਆ ਤਾਂ ਹੀ ਉਹ ਗਏ ਆ। ਨਵਜੋਤ ਸਿੰਘ ਸਿੱਧੂ ਕੋਲ ਪੰਜਾਬ ਦਾ ਬੜਾ ਸ਼ਾਨਦਾਰ ਮਾਡਲ ਹੈ ਜਿਹੜਾ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਬਚਾ ਸਕਦਾ ਹੈ, ਔਰ ਚੰਨੀ ਜੀ ਕੋਲ ਲੋਕ ਪੱਖੀ ਨੀਤੀਆਂ ਬਹੁਤ ਸ਼ਾਨਦਾਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਪਰਮਜੀਤ ਸਖਾਣਾ। ਇਸ ਮੌਕੇ ਅਸੀਂ ਮੌਜੂਦ ਹਾਂ ਫਿਰੋਜ਼ਪੁਰ ਦੇ ਹਾਤੀ ਵਿੱਚ, ਜਿੱਥੇ ਅੱਜ ਕਾਂਗਰਸੀ ਵਰਕਰਾਂ ਵੱਲੋਂ ਹੀ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ। ਵਿਰੋਧ ਕਿਸ ਦਾ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬਾਂਗੜ, ਜੋ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਜਿਸ ਨੂੰ ਲੈ ਕੇ ਕਾਂਗਰਸ ਦੇ ਪੁਰਾਣੇ ਵਰਕਰਾਂ ਵੱਲੋਂ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਤੇ ਪਾਰਟੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਆਸ਼ੂ ਬਾਂਗੜ ਨੂੰ ਟਿਕਟ ਜਿਹੜੀ ਦਿਹਾਤੀ ਹਲਕੇ ਤੋਂ ਉਹ ਨਾ ਦਿੱਤੀ ਜਾਵੇ, ਬਲਕਿ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਹੀ ਕਿਸੇ ਪੁਰਾਣੇ ਆਗੂ ਨੂੰ ਜਿਹੜੀ ਟਿਕਟ ਆ ਉਹ ਦੇਣੀ ਚਾਹੀਦੀ ਆ। ਸਾਡੇ ਨਾਲ ਆਗੂ ਮੌਜੂਦ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੁਰਿੰਦਰਪਾਲ ਸਿੰਘ ਸਿੱਧੂ। ਸਿੱਧੂ ਸਾਹਿਬ, ਵਿਰੋਧ ਕਰ ਰਹੇ ਹੋ, ਕਿਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ? ਵਿਰੋਧ ਅਸੀਂ ਕੋਈ ਐਡਾ ਵਿਰੋਧ ਨਹੀਂ ਹੈ, ਅਸੀਂ ਆਪਦੀ ਪਾਰਟੀ ਕੋਲ ਇੱਕ ਮੰਗ ਰੱਖਣ ਵਾਸਤੇ ਅੱਜ ਦਾ ਇਹ ਪਲਾਨ ਬਣਾਇਆ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਮਕਸਦ ਹੈ ਕਿ ਅੱਜ ਸ਼ਹੀਦਾਂ ਦੇ ਧਰਤੀ ਸਾਰਾਗੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਇੱਥੇ ਮੰਡਪ ਦੇ ਵਿੱਚ ਇੱਥੇ ਬਾਹਰ ਅਸੀਂ ਖੜੇ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਉਮੀਦਵਾਰ ਇਕੱਤਰ ਹੋਏ ਹਾਂ, ਜਿਹਦੇ 'ਚ ਸਰਦਾਰ ਹਰਬੰਸ ਸਿੰਘ ਸਾਡੇ ਚੇਅਰਮੈਨ ਸਾਹਿਬ ਇਹ ਵੀ ਉਮੀਦਵਾਰ ਨੇ, ਇਹ ਵੀ ਨੇ, ਮੈਂ ਵੀ ਹਾਂ, ਅਮਰਜੀਤ ਸਿੰਘ ਘਾਰੂ ਜੀ ਆ, ਭੁਪਿੰਦਰ ਸਿੰਘ ਭਿੰਦਾ ਜੀ ਹੁਣੇ ਇੱਥੋਂ ਹੋ ਕੇ ਗਏ ਨੇ, ਨੰਬਰਦਾਰ ਸਾਹਿਬ ਵੀ। ਇਸ ਤੋਂ ਇਲਾਵਾ ਬਾਕੀ ਉਮੀਦਵਾਰ ਜਿਵੇਂ ਅੱਜ ਜਸਵਿੰਦਰ ਕਿਲੀ ਨਹੀਂ ਆਏ, ਮੋਹਨ ਸਿੰਘ ਫਲੀਆਂ ਵਾਲਾ ਨਹੀਂ ਆਏ, ਲੇਕਿਨ ਉਹ ਸਾਡੇ ਨਾਲ ਸਹਿਮਤ ਹੈ, ਉਹ ਬਾਹਰ ਸੀਗੇ ਸ਼ਹਿਰ ਤੋਂ, ਫੋਨ ਤੇ ਸਾਡੀ ਗੱਲ ਹੋ ਗਈ। ਅੱਜ ਸਾਡੇ ਪੰਚ ਸਰਪੰਚ, ਬਲਾਕ ਸਮਿਤੀ ਮੈਂਬਰ ਤੇ ਅਹੁਦੇਦਾਰ ਸਾਹਿਬਾਨ ਕਾਂਗਰਸ ਦੇ ਇਕੱਠੇ ਹੋਏ ਆ। ਸਾਡਾ ਇੱਕ ਮੰਗ ਹੈ, ਕੱਲ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਸਾਡੀ ਪਾਰਟੀ ਸ਼ਾਮਲ ਹੋਇਆ, ਉਹਦਾ ਅਸੀਂ ਸਵਾਗਤ ਕਰਦੇ ਹਾਂ। ਸਾਡੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਸਾਡੇ ਨਾਲ ਜੁਆਇਨ ਕੀਤਾ, ਉਹਦਾ ਵੈਲਕਮ ਹੈ। ਉਹਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹਨੂੰ ਟਿਕਟ ਦੇ ਰਹੀ ਹੈ ਕਾਂਗਰਸ ਪਾਰਟੀ। ਅਜਿਹੀ ਕੋਈ ਗੱਲ ਨਹੀਂ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ। ਕਾਂਗਰਸ ਪਾਰਟੀ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਸਾਡੇ ਲੋਕਲ ਉਮੀਦਵਾਰਾਂ ਦੇ ਵਿੱਚੋਂ ਹੀ ਕਿਸੇ ਨੂੰ ਟਿਕਟ ਦੇ ਕੇ ਨਵਾਜੇਗੀ, ਔਰ ਸੀਟ ਜਿਹੜੀ ਆ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਜਿੱਤ ਕੇ ਪਾਵਾਂਗੇ। ਤੁਸੀਂ ਆਸ਼ੂ ਬਾਂਗੜ ਦਾ ਕਿਉਂ ਵਿਰੋਧ ਕਰ ਰਹੇ ਹੋ? ਜੇਕਰ ਆਸ਼ੂ ਬਾਂਗੜ ਆਪਣੇ ਆਪ ਨੂੰ ਉਮੀਦਵਾਰ ਸ਼ੋ ਕਰਦਾ ਹੈ 250 ਕਿਲੋਮੀਟਰ ਦੂਰ ਦਾ ਰਹਿਣ ਵਾਲਾ, ਜਲੰਧਰ ਦਾ ਰਹਿਣ ਵਾਲਾ, ਉਹਦਾ ਫਿਰੋਜ਼ਪੁਰ 'ਚ ਕੀ ਹੈ। ਫਿਰੋਜ਼ਪੁਰ ਦਿਹਾਤੀ ਦੇ 10 ਪਿੰਡਾਂ ਦੇ ਸਰਪੰਚਾਂ ਦੇ ਨਾਂ ਹੀ ਗਿਣਾ ਦੇਵੇ, ਮੈਂ ਕਹਿੰਦਾ ਵੀ ਬੜੀ ਵੱਡੀ ਗਨੀਮਤ ਆਉਂਦੇ ਵਾਸਤੇ। ਤੇ 10 ਪਿੰਡ ਵੀ ਗਿਣਾ ਦੇਵੇ, 226 ਪੰਚਾਇਤਾਂ ਤੇ 241 ਬੂਥ ਹੈ, 10 ਪਿੰਡਾਂ ਦੇ ਨਾਂ ਮੋਟੇ ਵੀ ਗਿਣਾ ਦੇਵੇ। ਉਹ ਆਪਦੇ ਆਪ ਨੂੰ ਪ੍ਰਚਾਰ ਕਰ ਰਿਹਾ ਇਹੋ ਜਿਹਾ, ਉਹਨੂੰ ਇਦਾਂ ਸਮਝ ਐਂ ਲੱਗਦਾ ਕਿ ਸ਼ਾਇਦ ਇਹ ਆਮ ਆਦਮੀ ਪਾਰਟੀ ਹੈ ਜਿਹੜੇ ਦੂਜੀ ਪਾਰਟੀ 'ਚੋਂ ਬੰਦਾ ਛੱਡ ਕੇ ਆਉਂਦਾ ਤੇ ਉਹਦਾ ਟਿਕਟ ਦੇ ਦਿੰਦੀ ਹੈ। ਕਾਂਗਰਸ ਪਾਰਟੀ ਹੈ, ਇਹਦੇ ਵਿੱਚ ਬਕਾਇਦਾ ਪ੍ਰੋਸੈਸ ਹੁੰਦਾ, ਬਕਾਇਦਾ ਆਬਜ਼ਰਵਰ ਨਿਯੁਕਤ ਹੁੰਦੇ ਆ, ਐਪਲੀਕੇਸ਼ਨਸ ਲਈਆਂ ਜਾਂਦੀਆਂ, ਰਿਵਿਊ ਹੁੰਦਾ। ਉਹ ਇਹਦੇ ਵਿੱਚ ਕਾਂਗਰਸ ਪਾਰਟੀ ਬੜੀ ਵਿਸ਼ਾਲ ਪਾਰਟੀ ਹੈ, ਸਭ ਤੋਂ ਪੁਰਾਣੀ ਪਾਰਟੀ ਹੈ, 137 ਸਾਲ ਹੋ ਗਏ ਪਾਰਟੀ ਨੂੰ ਬਣੀ ਨੂੰ। ਇਹ ਕਾਂਗਰਸ ਪਾਰਟੀ 'ਚ ਉਹ ਸੋਚ ਲਵੇ, ਉਹ ਸੋਚਦਾ ਹੋਏਗਾ ਮੈਨੂੰ ਟਿਕਟ ਮਿਲੇਗੀ, ਇਹੋ ਜੀ ਕੋਈ ਗੱਲ ਨਹੀਂ ਹੈ। ਪਾਰਟੀ ਫੈਸਲਾ ਬੜਾ ਸੋਚ ਸਮਝ ਕੇ ਕਰੇਗੀ। ਤੁਹਾਡੇ ਵੱਲੋਂ ਪਹਿਲਾਂ ਨਹੀਂ ਪਾਰਟੀ ਨਾਲ ਕੋਈ ਗੱਲਬਾਤ ਹੋਈ ਕਿ ਟਿਕਟ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਕਿ ਦਿਹਾਤੀ ਹਲਕੇ ਤੋਂ ਕਿਸੇ ਟਕਸਾਲੀ ਆਗੂ ਨੂੰ ਹੀ ਟਿਕਟ ਦਿੱਤੀ ਜਾਵੇ, ਪਹਿਲਾਂ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਪਾਰਟੀ ਨਾਲ? ਹੋਈ, ਸਾਡੀ ਪਾਰਟੀ ਨਾਲ ਸਾਰਿਆਂ ਦੀ ਆਪਦੀ ਵਕਫ ਸਾਹਿਬ ਦੀ ਚਰਚਾ ਹੋਈ ਸਾਡੀ ਇਸ ਗੱਲ ਦੇ ਉੱਤੇ। ਇਹ ਤਾਂ ਬੰਦਾ ਇੱਕ ਜੁਆਇਨ ਕੀਤਾ ਸਾਡੀ ਪਾਰਟੀ ਦੇ ਵਿੱਚ, ਇਹਦਾ ਮਕਸਦ ਸਿਰਫ ਇਹ ਹੈ ਕਿ ਸਾਡੀ ਪਾਰਟੀ ਦੀਆਂ ਨੀਤੀਆਂ ਬਹੁਤ ਵਧੀਆ। ਨਵਜੋਤ ਸਿੰਘ ਸਿੱਧੂ ਕੋਲ ਪੰਜਾਬ ਦਾ ਬੜਾ ਸ਼ਾਨਦਾਰ ਮਾਡਲ ਹੈ ਜਿਹੜਾ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਬਚਾ ਸਕਦਾ ਹੈ, ਔਰ ਚੰਨੀ ਜੀ ਕੋਲ ਲੋਕ ਪੱਖੀ ਨੀਤੀਆਂ ਬਹੁਤ ਸ਼ਾਨਦਾਰ ਨੇ। ਉਹਨਾਂ ਦੀ ਜੋੜੀ ਜਿਹੜੀ ਹੈ ਬੜੀ ਸ਼ਾਨਦਾਰ ਹੈ, ਔਰ ਬਹੁਤ ਸੂਝਵਾਨ ਸਾਡੇ ਕੋਲ ਸੁਨੀਲ ਜਾਖੜ ਜੀ ਨੇ, ਬਹੁਤ ਹੀ ਸੂਝਵਾਨ ਸੁਲਝੇ ਹੋਏ ਇਨਸਾਨ ਕਾਂਗਰਸ ਪਾਰਟੀ 'ਚ। ਇਸ ਕਰਕੇ ਅਜਿਹਾ ਕੋਈ ਗਲਤ ਫੈਸਲਾ ਪਾਰਟੀ ਨਹੀਂ ਕਰੇਗੀ, ਲੇਕਿਨ ਅਸੀਂ ਆਪਦੀ ਇਹ ਇਕੱਤਰਤਾ ਕੀਤੀ ਅੱਜ ਵੀ ਅਸੀਂ ਸਾਰੇ ਇਕੱਠੇ ਆ ਇੱਕ ਮੰਚ ਦੇ ਉੱਤੇ।
ਦੇਖਿਆ ਜਾਵੇ ਤਾਂ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਵਿਰੋਧ ਜਤਾ ਰਹੇ ਹੋ, ਕੈਂਡੀਡੇਟ ਦੀ ਮੰਗ ਕਰ ਰਹੇ ਹੋ। ਪਹਿਲਾਂ ਵਿਧਾਇਕਾ ਸਤਕਾਰ ਕੌਰ ਦਾ ਵਿਰੋਧ ਹੁੰਦਾ ਰਿਹਾ, ਹੁਣ ਆਸ਼ੂ ਬਾਂਗੜ ਦਾ ਵਿਰੋਧ ਹੋ ਰਿਹਾ। ਕੀ ਕਾਰਨ ਸਮਝਦੇ ਹੋ? ਹਲਕੇ ਵਿੱਚ ਕੋਈ ਚੰਗਾ ਕੈਂਡੀਡੇਟ ਹੈ ਨਹੀਂ ਜਾਂ ਪਾਰਟੀ ਕੋਈ ਕੈਂਡੀਡੇਟ ਨਹੀਂ ਦੇਣਾ ਚਾਹੁੰਦੀ ਫਿਰੋਜ਼ਪੁਰ ਦਿਹਾਤੀ ਨੂੰ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਪਾਰਟੀ ਵੀ ਫਿਰੋਜ਼ਪੁਰ ਦਿਹਾਤੀ ਤੋਂ ਕੈਂਡੀਡੇਟ ਸਾਡੇ ਵਿੱਚੋਂ ਹੀ ਦਊਗੀ ਔਰ ਹਲਕੇ ਦੇ ਵਿੱਚ ਬਹੁਤ ਕਾਬਲ ਤੇ ਸੂਝਵਾਨ ਲੋਕ ਹੈਗੇ ਆ। ਐਸੀ ਕੋਈ ਗੱਲ ਨਹੀਂ ਹੈ, ਹਲਕੇ ਦੇ ਵਿੱਚੋਂ ਹੀ ਆਊਗਾ ਕੈਂਡੀਡੇਟ। ਅਗਰ ਗੱਲ ਕਰੀਏ ਵਿਧਾਇਕਾ ਮੈਡਮ ਸਤਕਾਰ ਕੌਰ ਗਹਿਰੀ ਦੀ, ਤਾਂ ਪਿਛਲੇ ਦਿਨੀ ਉਹਨਾਂ ਵੱਲੋਂ ਕਾਫੀ ਤੁਹਾਡੇ ਤੇ ਆਰੋਪ ਲਗਾਏ ਗਏ ਆ। ਤੁਸੀਂ ਉਹਨਾਂ ਦਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਸੀਗਾ ਕਿ ਸਿੱਧੂ ਤਾਂ ਅਕਾਲੀ ਦਲ ਦਾ ਏਜੰਟ ਹੈ, ਇਸ ਕਰਕੇ ਵਿਰੋਧ ਕਰ ਰਹੇ ਆ। ਕੀ ਕਹਿਣਾ ਤੁਹਾਡਾ? ਦੇਖੋ, ਉਹਦੇ ਕਹਿਣ ਨਾਲ ਤਾਂ ਮੈਂ ਏਜੰਟ ਬਣ ਨਹੀਂ ਜਾਣਾ, ਤੇ ਜੇ ਉਹ ਕਾਂਗਰਸ ਦੀ ਏਜੰਟ ਹੁੰਦੀ ਤਾਂ ਟਿਕਟ ਲੈ ਕੇ ਆਉਂਦੀ ਫਿਰ ਹੈ। ਜੋ ਐਡੀ ਟਕਸਾਲੀ ਸੀ ਫਿਰ ਟਿਕਟ ਕਿਉਂ ਨਾ ਲੈ ਆਈ ਅੱਜ? ਉਹ ਤਾਂ ਠੀਕ ਹੈ, ਉਹਦੇ ਕਹਿਣ ਨਾਲ ਨਾ ਮੈਨੂੰ ਸਪਸ਼ਟੀਕਰਨ ਦੇਣ ਦੀ ਲੋੜ ਹੈ। ਮੈਂ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ ਹੁੰਦੀ ਉਸ ਗੱਲ ਦਾ ਕਿ ਮੈਂ ਅਕਾਲੀ ਦਲ ਦਾ ਏਜੰਟ ਹਾਂ ਕਿ ਨਹੀਂ ਹਾਂ। ਬਾਕੀ ਉਹਦੇ ਕਹਿਣ ਨਾਲ ਮੈਂ ਅਕਾਲੀ ਨਹੀਂ ਬਣ ਜਾਣਾ, ਠੀਕ ਹੈ। ਤੇ ਜੇ ਉਹ ਇੰਨੀ ਪੱਕੀ ਸੀ ਫਿਰ ਅੱਜ ਟਿਕਟ ਲੈ ਕੇ ਆਉਂਦੀ। ਜੇ ਅੱਜ ਉਹਨੂੰ ਟਿਕਟ ਨਹੀਂ ਮਿਲੀ ਤੇ ਉਹਦੇ ਵਿੱਚ ਵੀ ਸਾਡਾ ਹੀ ਸਭ ਤੋਂ ਵੱਡਾ ਰੋਲ ਹੈ, ਸਾਡੀ ਟੀਮ ਦਾ ਰੋਲ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਿਹਾ ਸਤਕਾਰ ਕੌਰ, ਸੂਤਰਾਂ ਤੋਂ ਪਤਾ ਚੱਲਦਾ। ਕੀ ਲੱਗਦਾ ਦਿਹਾਤੀ ਹਲਕੇ ਦੇ ਲੋਕ ਸਵੀਕਾਰ ਕਰਨਗੇ? ਇਹ ਉਹਨਾਂ ਦੀ ਮਰਜ਼ੀ ਹੈ ਜੀ, ਕਿਸ ਪਾਰਟੀ 'ਚ ਜਾਣਾ ਚਾਹੁੰਦੇ ਆ, ਕਿਸ ਪਾਰਟੀ 'ਚ ਨਹੀਂ ਜਾਣਾ ਚਾਹੁੰਦੇ। ਇਹ ਉਹਨਾਂ ਦਾ ਨਿੱਜੀ ਫੈਸਲਾ, ਇਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਦਿਹਾਤੀ ਹਲਕੇ ਦੇ ਲੋਕ ਕੀ ਸਵੀਕਾਰ ਕਰਨਗੇ? ਕਦੇ ਵੀ ਨਹੀਂ। ਜਿਹੜੇ ਸਾਡੇ 750 ਕਿਸਾਨ ਦੇਸ਼ ਦੀਆਂ ਬਰੂਹਾਂ ਦੇ ਉੱਤੇ ਬੈਠੇ ਦਿੱਲੀ ਵਿੱਚ ਸ਼ਹੀਦ ਹੋ ਗਏ ਪਿਛਲੇ 1.5-2 ਸਾਲ ਦੇ ਦੌਰਾਨ, ਕੀ ਇਹੋ ਜਿਹੀ ਬੀਜੇਪੀ ਪਾਰਟੀ ਜਿਹੜੀ ਕਾਤਲ ਪਾਰਟੀ ਹੈ ਸਾਡੇ ਕਿਸਾਨਾਂ ਦੀ, ਸਾਡੇ ਸਿੱਖਾਂ ਦੀ, ਸਾਡੇ ਪੰਜਾਬ ਦੇ ਲੋਕਾਂ ਦੀ, ਉਹਨਾਂ ਨੂੰ ਕੌਣ ਬਰਦਾਸ਼ਤ ਕਰੂਗਾ? ਉਹਨਾਂ ਦੇ ਉਮੀਦਵਾਰਾਂ ਨੂੰ ਇਹ ਕਦੇ ਨਹੀਂ ਹੋ ਸਕਦਾ। ਅਗਰ ਗੱਲ ਕਰੀਏ ਫਿਰੋਜ਼ਪੁਰ ਦੇ ਦਿਹਾਤੀ ਹਲਕੇ ਦੀ, ਤਾਂ ਦੱਸਿਆ ਜਾ ਰਿਹਾ ਕਿ ਦਿਹਾਤੀ ਹਲਕੇ ਵਿੱਚ ਜਿਹੜਾ ਨਸ਼ਾ ਉਹ ਸ਼ਰੇਆਮ ਵਿਕ ਰਿਹਾ, ਦਿਨ ਦਿਹਾੜੇ ਵੇਚਿਆ ਜਾ ਰਿਹਾ। ਕਈ ਮਾਵਾਂ ਦੇ ਪੁੱਤ ਮਰ ਚੁੱਕੇ ਆ, ਕਈ ਘਰ ਉੱਜੜ ਚੁੱਕੇ ਆ। ਅਗਰ ਤੁਹਾਡੇ ਵਿੱਚੋਂ ਹੀ ਕਿਸੇ ਕੈਂਡੀਡੇਟ ਨੂੰ ਪਾਰਟੀ ਟਿਕਟ ਦਿੰਦੀ ਆ ਤੇ ਕੀ ਇਸ ਤੇ ਕੋਈ ਰੋਕ ਲੱਗੇਗੀ? ਕਿਉਂਕਿ ਪਿਛਲੇ 5 ਸਾਲ ਪੂਰੇ ਹੋਣ ਜਾ ਰਿਹਾ, ਹਜੇ ਤੱਕ ਤਾਂ ਕੋਈ ਰੋਕ ਲੱਗੀ ਨਹੀਂ ਗੀ। ਬਹੁਤ ਜਲਦ ਸਾਡੀ ਪਾਰਟੀ ਸਾਡੀ ਮੈਨੀਫੈਸਟੋ ਬਣਾ ਰਹੀ ਹੈ। ਉਸ ਮੈਨੀਫੈਸਟੋ 'ਚ ਬਹੁਤ ਹੀ ਨਸ਼ੇ ਨੂੰ ਕਿਵੇਂ ਖਤਮ ਕਰਨਾ ਉਹਦਾ ਬੜਾ ਸ਼ਾਨਦਾਰ ਪਲਾਨ ਆ ਰਿਹਾ। ਉਹ ਤੁਹਾਡੇ ਨਾਲ ਮੈਂ ਅੱਜ ਡਿਸਕਸ ਨਹੀਂ ਕਰ ਸਕਦਾ। ਨਹੀਂ, ਪਲਾਨ ਤਾਂ ਪਹਿਲਾਂ ਵੀ ਤੁਹਾਡੀ ਪਾਰਟੀ ਵੱਲੋਂ ਦੱਸਿਆ ਗਿਆ ਸੀਗਾ ਕਿ 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਾਂਗੇ, ਪਰ ਅੱਜ ਤੱਕ ਨਸ਼ਾ ਜਿਹੜਾ ਸ਼ਰੇਆਮ ਵਿਕ ਰਿਹਾ। ਸ਼ਾਇਦ ਉਹ ਤੁਸੀਂ ਉਹ ਚੰਗੀ ਤਰ੍ਹਾਂ ਸੁਣੀ ਨਹੀਂ ਵੀਡੀਓ। ਉਹਦੇ 'ਚ ਉਹਨਾਂ ਨੇ ਕਿਹਾ ਸੀ ਨਸ਼ੇ ਦਾ ਲੱਕ ਤੋੜ ਦਿਆਂਗੇ। ਉਹ ਲੱਕ ਤੋੜਿਆ ਉਹਨਾਂ ਨੇ। ਵੱਡੇ ਵੱਡੇ ਨਸ਼ੇ ਦੇ ਸੁਦਾਗਰ ਫੜੇ ਆ, ਬੜੀ ਵੱਡੇ ਪੱਧਰ ਤੇ ਰਿਕਵਰੀ ਹੋਈ ਆ ਪਿਛਲੇ ਸਮਿਆਂ ਦੇ ਵਿੱਚ। ਲੱਕ ਤੋੜਨ ਦੀ ਗੱਲ ਕੀਤੀ ਸੀ ਉਦੋਂ ਵੀ। ਸਿੱਧੂ ਸਾਹਿਬ, ਹੁਣ ਤਾਂ ਨੌਜਵਾਨਾਂ ਦਾ ਲੱਕ ਟੁੱਟਿਆ ਨਜ਼ਰ ਆ ਰਿਹਾ। ਭਾਜੀ, ਇਹਦੇ ਵਾਸਤੇ ਆਉਣ ਵਾਲੇ ਸਮੇਂ 'ਚ ਬਹੁਤ ਸ਼ਾਨਦਾਰ ਇੱਕ ਪਾਲਿਸੀ ਆ ਰਹੀ ਹੈ। ਨਸ਼ੇ ਤੇ ਬਿਲਕੁਲ ਨਕੇਲ ਕੱਸੀ ਜਾਊਗੀ। ਤਾਂ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਂ ਜੀ ਤੁਹਾਡਾ? ਅਮਰਜੀਤ ਸਿੰਘ ਘਾਰੂ। ਘਾਰੂ ਸਾਹਿਬ, ਅੱਜ ਵਿਰੋਧ ਕਰ ਰਹੇ ਹੋ। ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਪਹਿਲਾਂ ਸਤਕਾਰ ਕੌਰ ਦਾ ਵਿਰੋਧ ਹੁੰਦਾ ਰਿਹਾ, ਹੁਣ ਆਸ਼ੂ ਬਾਂਗੜ ਦਾ ਵਿਰੋਧ ਹੋ ਰਿਹਾ। ਕੀ ਕਾਰਨ ਸਮਝਦੇ ਹੋ? ਹਲਕੇ ਵਿੱਚ ਕੋਈ ਚੰਗਾ ਕੈਂਡੀਡੇਟ ਹੈ ਨਹੀਂ? ਪਰਮਜੀਤ ਜੀ, ਵਿਰੋਧ ਵਾਲੀ ਤਾਂ ਕੋਈ ਇੱਥੇ ਗੱਲ ਨਹੀਂ। ਇਹ ਤਾਂ ਸਾਡੀ ਕਿ ਇਕੱਤਰਤਾ ਹੈ ਔਰ ਅਸੀਂ ਆਪਣੀ ਪਾਰਟੀ ਤੋਂ ਇੱਕ ਮੰਗ ਰੱਖੀ ਹੈ ਕਿ ਸਾਡੇ ਵਿੱਚ ਜਿਹੜਾ ਲੋਕਲ ਕੈਂਡੀਡੇਟ ਦਿੱਤਾ ਜਾਵੇ, ਜਿਹੜਾ ਘੱਟੋ ਘੱਟ ਇੱਥੋਂ ਦਾ ਵਸਨੀਕ ਹੋਵੇ ਔਰ ਪਿਛਲੇ ਲੰਬੇ ਸਮੇਂ ਤੋਂ ਉਸ ਬੰਦੇ ਦਾ ਹਲਕੇ ਦੇ ਵਿੱਚ ਵਰਕ ਹੋਵੇ ਤੇ ਪਾਰਟੀ ਪ੍ਰਤੀ ਉਹ ਇੱਥੇ ਵਿਚਰ ਰਿਹਾ ਹੋਵੇ। ਇਹ ਸਾਡੀ ਮੰਗ ਹੈ, ਇਹਦੇ ਵਿੱਚ ਵਿਰੋਧ ਵਾਲੀ ਕੋਈ ਗੱਲ ਨਹੀਂ ਹੈ। ਆਸ਼ੂ ਬਾਂਗੜ ਨੂੰ ਅਗਰ ਪਾਰਟੀ ਟਿਕਟ ਦਿੰਦੀ ਹੈ ਤਾਂ ਕੀ ਤੁਸੀਂ ਸਾਥ ਦਿਓਗੇ ਜਾਂ ਵਿਰੋਧ ਕਰੋਗੇ? ਕਿਉਂ ਟਿਕਟ ਦੇਗੀ ਆਸ਼ੂ ਬਾਂਗੜ ਨੂੰ ਪਾਰਟੀ? ਟਿਕਟ ਮੁੱਖ ਮੰਤਰੀ ਨੇ ਉਹਨੂੰ ਸ਼ਾਮਲ ਕਰਵਾਇਆ ਜੀ। ਫਿਰ ਕੀ ਹੋ ਗਿਆ? ਜੇ ਕੋਈ ਬੰਦਾ ਅੱਜ ਪਾਰਟੀ ਦੇ ਵਿੱਚ ਸਾਡੀ 'ਚ ਸ਼ਾਮਲ ਹੋਣ ਵਾਸਤੇ ਆਉਂਦਾ ਹੈ ਤਾਂ ਉਹਨੂੰ ਜਾਂ ਤੇ ਸਾਡਾ PPCC ਪ੍ਰੈਜ਼ੀਡੈਂਟ ਕਰਵਾਏਗਾ ਸ਼ਾਮਲ, ਜਾਂ CM ਸਾਹਿਬ ਕਰਵਾਉਣਗੇ। ਸ਼ਾਮਲ ਕਰਾਉਣ ਦੇ ਨਾਲ ਇਹ ਨਹੀਂ ਕਿ ਉਹਦੇ ਨਾਲ ਕੋਈ ਕਮਿਟਮੈਂਟ ਹੋ ਗਈ ਹੈ ਜਾਂ ਉਹਨੂੰ ਕੋਈ ਟਿਕਟ ਦੀ ਅਨਾਉਂਸਮੈਂਟ ਹੋ ਗਈ ਹੈ। ਟਿਕਟ ਦਾ ਪ੍ਰੋਸੈਸ ਬੜਾ ਲੰਬਾ ਹੈ ਔਰ ਉਹਦੇ ਲਈ ਅਸੀਂ ਜਿਹੜੇ ਇੱਥੋਂ ਦੇ ਲੋਕਲ ਕੈਂਡੀਡੇਟ ਪਿਛਲੇ ਲੰਬੇ ਸਮੇਂ ਤੋਂ ਉਸ ਪ੍ਰੋਸੈਸ ਨੂੰ ਅਡਾਪਟ ਕਰਕੇ ਬੈਠੇ ਹਾਂ ਜਾਂ ਉਹਦੇ ਮੁਤਾਬਕ ਅਸੀਂ ਆਪਣਾ ਆਪ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਪਾਰਟੀ ਸਾਡੇ ਵਿੱਚੋਂ ਲੋਕਲ ਕੈਂਡੀਡੇਟ ਦੇਗੀ ਔਰ ਸਾਡੇ ਹਲਕੇ ਦੀ ਇਹ ਪੁਰਜੋਰ ਮੰਗ ਵੀ ਹੈ, ਜਿੰਦੇ 'ਚ ਸਾਰੀ ਸੀਨੀਅਰ ਲੀਡਰਸ਼ਿਪ, ਜਿੰਦੇ 'ਚ ਸਾਰੇ ਬਲਾਕ ਸਮਤੀਆਂ ਦੇ ਮੈਂਬਰ, ਪੰਚ ਸਰਪੰਚ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ, ਆਲ ਚੇਅਰਮੈਨ, ਉਹ ਸਾਰਿਆਂ ਦੀ ਔਰ ਸਾਰੇ ਕੈਂਡੀਡੇਟਾਂ ਦੀ ਇੱਕ ਰਾਏ ਹੈ, ਇੱਕ ਮਤ ਹੈ ਕਿ ਪਾਰਟੀ ਲੋਕਲ ਕੈਂਡੀਡੇਟ ਦੇ ਕੇ ਭੇਜੇ। ਅਸੀਂ ਪਾਰਟੀ ਨੂੰ ਇੱਥੋਂ ਸ਼ਾਨ ਦੇ ਨਾਲ ਜਿਤਾ ਕੇ ਭੇਜਾਂਗੇ, ਇਹਦੇ 'ਚ ਕੋਈ ਦੂਜੀ ਰਾਏ ਨਹੀਂ। ਦੇਖਿਆ ਜਦੋਂ ਤੁਸੀਂ ਵੀ ਲੰਮੇ ਸਮੇਂ ਤੋਂ ਹਲਕੇ ਵਿੱਚ ਵਿਚੇ ਰਹੇ ਹੋ, ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ ਸੀਗੀ, ਫਿਰ ਤੁਹਾਨੂੰ ਕਿਉਂ ਅਣਦੇਖਾ ਕੀਤਾ ਗਿਆ? ਕੋਈ ਅਣਦੇਖਾ ਨਹੀਂ ਕੀਤਾ ਗਿਆ ਜੀ।
ਬਿਲਕੁਲ ਅਣਦੇਖਾ ਨਹੀਂ ਕੀਤਾ ਗਿਆ। ਪਾਰਟੀ ਦੇ ਵਿਚਾਰ ਅਧੀਨ ਅਸੀਂ ਸਾਰੇ ਕੈਂਡੀਡੇਟ ਹਾਂ। ਪਾਰਟੀ ਉਹਦੇ ਵਿੱਚੋਂ ਫੈਸਲਾ ਲੈ ਗਈ ਔਰ ਕਿਸੇ ਨਵੇਂ ਕੈਂਡੀਡੇਟ ਨੂੰ ਬਿਲਕੁਲ ਇੱਥੇ ਮੌਕਾ ਨਹੀਂ ਮਿਲੇਗਾ, ਕਿਉਂਕਿ ਜਿਹੜਾ ਵੀ ਕੈਂਡੀਡੇਟ ਕੋਈ ਬਾਹਰੋਂ ਬੰਦਾ ਆਉਣਾ ਚਾਹੁੰਦਾ ਤੇ ਉਹਨੂੰ ਤਾਂ ਅਸੀਂ ਵੈਲਕਮ ਕਰਨਾ ਹੀ ਹੈ ਨਾ ਜੀ। ਦੇਖੋ, ਜਿਹੜਾ ਬੰਦਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ, ਕਾਂਗਰਸ ਪਾਰਟੀ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੈ ਔਰ ਇਹ ਮਹਿਸੂਸ ਕਰਦਾ ਹੈ ਕਿ ਥੋੜਾ ਸਮਾਂ ਪਹਿਲਾਂ ਮੈਂ ਰਾਜਨੀਤੀ ਸ਼ੁਰੂ ਕੀਤੀ ਹੈ ਤੇ ਅੱਜ ਜਿਹੜੀ ਰਾਜਨੀਤਿਕ ਫਿਊਚਰ ਕਿੰਦਾ ਬਰਾਈਟ ਹੈ ਤੇ ਉਹ ਕਾਂਗਰਸ ਦਾ, ਇਸ ਕਰਕੇ ਉਹ ਕਾਂਗਰਸ 'ਚ ਆਇਆ। ਉਹ ਆਮ ਆਦਮੀ ਪਾਰਟੀ ਨੂੰ ਉਹਨਾਂ ਛੱਡਣਾ ਜਿਹੜਾ ਇਹ ਵਧੀਆ ਕੰਮ ਸੀਗਾ। ਨਹੀਂ, ਆਮ ਆਦਮੀ ਪਾਰਟੀ ਦੀ ਤਾਂ ਉਹ ਟਿਕਟ ਉਹਨਾਂ ਨੂੰ ਮਿਲੀ ਹੋਈ ਸੀ, ਉਮੀਦਵਾਰ ਐਲਾਨੇ ਹੋਏ ਸੀ, ਟਿਕਟ ਛੱਡ ਕੇ ਉਹ ਗਏ ਆ। ਆਖਰ ਅਗਰ ਉਹਨਾਂ ਨੂੰ ਅੱਗੇ ਕੁਝ ਦਿਸਿਆ, ਟਿਕਟ ਮਿਲਣ ਦਾ ਚਾਂਸ ਦਿਸੇ ਆ ਤਾਂ ਹੀ ਉਹ ਗਏ ਆ। ਬ੍ਰਦਰ ਦੇਖੋ, ਉਹਨੂੰ ਟਿਕਟ ਮਿਲ ਗਈ, ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀਗਾ, ਇਹ ਇੱਕ ਵੱਖਰਾ ਮੈਟਰ ਹੈ। ਐਗਜ਼ੈਕਟ ਕੀ ਹੈਗਾ ਕਿ ਉਹ ਆਪਣੀ ਹਲਕੇ ਦੇ ਵਿੱਚ ਕੰਪੇਨ ਸਹੀ ਤਰੀਕੇ ਨਾਲ ਚਲਾਉਣ 'ਚ ਕਾਮਯਾਬ ਨਹੀਂ ਹੋਇਆ। ਪਿਛਲੇ 2, 2.5, 3 ਮਹੀਨਿਆਂ ਤੋਂ ਵਿਚਰਦੇ ਹੋਏ ਉਹਨੂੰ ਇੱਕ ਚੀਜ਼ ਪਿਕਚਰ ਸਾਫ਼ ਹੋ ਗਈ ਕਿ ਲੋਕ ਮੈਨੂੰ ਐਕਸੈਪਟ ਨਹੀਂ ਕਰ ਰਹੇ, ਇਸ ਕਰਕੇ ਭੱਜਿਆ। ਨਹੀਂ ਤਾਂ ਤੁਸੀਂ ਇਹ ਦੇਖੋ ਕਿ ਜਿਹਨੂੰ ਟਿਕਟ ਮਿਲ ਜਾਵੇ ਉਹ ਬੰਦਾ ਕਿਉਂ ਭੱਜੇਗਾ? ਇੱਕ ਤੇ ਉਹਨੂੰ ਉਹਦੀ ਪਾਰਟੀ ਦਾ ਫਿਊਚਰ ਨਹੀਂ ਬ੍ਰਾਈਟ ਨਜ਼ਰ ਆ ਰਿਹਾ, ਤੇ ਸੈਕੰਡ ਉਹਨੂੰ ਜਿਹੜਾ ਹੈਗਾ ਉਹ ਇੱਥੋਂ ਦੇ ਲੋਕਾਂ ਦਾ ਪਿਆਰ ਨਹੀਂ ਮਿਲ ਰਿਹਾ, ਇਸ ਕਰਕੇ ਭੱਜਿਆ। ਅਗਰ ਦਿਹਾਤੀ ਹਲਕੇ 'ਚੋਂ ਤੁਹਾਡੇ 'ਚੋਂ ਹੀ ਕਿਸੇ ਨੂੰ ਪਾਰਟੀ ਟਿਕਟ ਦਿੰਦੀ ਆ ਤਾਂ ਤੁਸੀਂ ਕੀ ਰਣਨੀਤੀ ਲੈ ਕੇ ਚੱਲੇ ਹੋ ਹਲਕੇ ਲਈ? ਦੇਖੋ, ਸਾਡੀ ਤਾਂ ਪਹਿਲਾਂ ਹੀ ਮੰਗ ਹੈ ਕਿ ਪਾਰਟੀ ਸਾਡੇ 'ਚੋਂ ਲੋਕਲ ਉਮੀਦਵਾਰ ਦੇਵੇ, ਅਸੀਂ ਸਾਰੇ ਰਲ ਕੇ ਉਹਨੂੰ ਜਿਤਾ ਕੇ ਭੇਜਾਂਗੇ। ਅਸੀਂ ਸਾਰੇ ਇੱਕਮਤ ਹਾਂ। ਹਲਕੇ ਲਈ ਕੀ ਰਣਨੀਤੀ ਬਣਾਈ ਆ? ਨਵਾਂ ਕੀ ਲੈ ਕੇ ਆਓਗੇ ਹਲਕੇ ਵਾਸਤੇ? ਦੇਖੋ, ਮੈਂ ਪਿਛਲੇ 13 ਅਕਤੂਬਰ ਤੋਂ ਇੱਕ ਗੱਡੀ ਚਲਾਈ ਹੈ ਇਸ ਹਲਕੇ ਦੇ ਵਿੱਚ ਜਿਹੜੀ ਚੋਣ ਕੈਂਪੇਨ ਕਰਦੀ ਹੈ। ਉਹਦੇ ਅੰਦਰ ਇੱਕ ਮੈਂ ਪੈਂਪਲੇਟ ਵੰਡਿਆ, 1 ਦਰਜਨ ਵਾਅਦੇ ਜਿਹੜੇ ਮੈਂ ਆਪਣੇ ਵੱਲੋਂ ਕੀਤੇ ਨੇ, ਔਰ ਉਹ 1 ਦਰਜਨ ਜਿਹੜੇ ਵਾਅਦੇ ਨੇ ਇੱਕ ਛੋਟਾ ਚੋਣ ਮੈਨੀਫੈਸਟੋ। ਲੋਕ ਮੈਨੂੰ ਅਕਸਰ ਕਹਿ ਦਿੰਦੇ ਨੇ, ਤੁਹਾਡੇ ਵਰਗੇ ਜਾਂ ਪ੍ਰੈਸ ਵਾਲੇ ਵੀਰ, ਕਿ ਤੁਸੀਂ ਚੋਣ ਮੈਨੀਫੈਸਟੋ ਜਾਰੀ ਕੀਤਾ। ਉਹ ਪਾਰਟੀ ਨੇ ਜਾਰੀ ਕਰਨਾ, ਲੇਕਿਨ ਜਿਹੜੇ ਮੇਰੇ ਨੈਤਿਕ ਫਰਜ਼ ਨੇ ਉਹਨਾਂ ਫਰਜ਼ਾਂ ਦੀ ਪੂਰਤੀ ਵਾਸਤੇ ਮੈਂ ਮਹਿਸੂਸ ਕੀਤਾ ਕਿ ਪਿਛਲੀ ਜਿਹੜੀਆਂ 2 ਟਰਮਾਂ ਲੰਘ ਕੇ ਗਈਆਂ ਨੇ ਉਹਦੇ ਅੰਦਰ ਜਿਹੜੇ ਐਮਐਲਏ ਆਏ ਨੇ ਉਹਨਾਂ ਨੇ ਆਪਦੇ ਫਰਜ਼ਾਂ ਤੋਂ ਬਹੁਤ ਕੁਤਾਹੀ ਕੀਤੀ ਹੈ ਔਰ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ। ਮੇਰੇ ਅੰਦਰ ਆਈਡੀਓਲੋਜੀ ਕੀ ਹੈ, ਮੈਂ ਇਸ ਹਲਕੇ ਦੀ ਸੇਵਾ ਕਿਸ ਢੰਗ ਨਾਲ ਕਰਨਾ ਚਾਹੁੰਦਾ ਔਰ ਇਸ ਹਲਕੇ ਦੀਆਂ ਨੀਡਸ ਕੀ ਨੇ ਜਿਨ੍ਹਾਂ ਵਾਸਤੇ ਮੈਂ ਲੜਾਂਗਾ। ਮੈਂ ਉਹਦੇ 'ਚੋਂ 1 ਦਰਜਨ ਵਾਅਦੇ ਜਿਹੜੇ ਜਾਰੀ ਕੀਤੇ ਨੇ ਔਰ ਲੋਕਾਂ ਨੇ ਉਹ ਪੜ੍ਹੇ ਨੇ ਔਰ ਲੋਕ ਉਹਦੇ ਤੋਂ ਇੰਪ੍ਰੈਸ ਨੇ ਔਰ ਉਹਦੇ ਕਰਕੇ ਮੈਨੂੰ ਬਹੁਤ ਵੱਡਾ ਪਿਆਰ ਵੀ ਮਿਲਿਆ। ਮੇਰਾ ਸਵਾਲ ਸੀਗਾ, ਨਵਾਂ ਕੀ ਹਲਕੇ ਲਈ ਲੈ ਕੇ ਆ ਰਹੇ ਹੋ? ਕਿਉਂਕਿ ਪਹਿਲਾਂ ਵੀ ਕਈ ਉਮੀਦਵਾਰ ਆਏ ਆ, ਦਾਅਵੇ ਕੀਤੇ ਗਏ ਸੀ ਵੱਡੇ ਵੱਡੇ, ਪਰ ਦਾਅਵੇ ਸਿਰਫ ਤੇ ਸਿਰਫ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਰਹਿ ਗਏ ਆ। ਬ੍ਰਦਰ, ਜਿਹੜੀਆਂ ਗਲੀਆਂ ਨਾਲੀਆਂ ਨੇ ਨਾ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਉਹ ਸਰਕਾਰ ਦਾ ਜਿਹੜਾ ਇੱਕ ਡਿਵੈਲਪਮੈਂਟ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਚੱਲਣਾ ਹੀ ਚੱਲਣਾ ਹੁੰਦਾ। ਮੈਂ ਤੁਹਾਨੂੰ ਆਪਣੇ ਵਾਅਦਿਆਂ ਤੋਂ ਜਾਣੂ ਕਰਾ ਦਿਆਂ, ਸ਼ਾਇਦ ਤੁਸੀਂ ਵਾਕਫ ਨਹੀਂ ਤਾਂ ਵਾਰ-ਵਾਰ ਮੈਨੂੰ ਇਹ ਸਵਾਲ ਕਰ ਰਹੇ ਹੋ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ 'ਚੋਂ ਕਿਸੇ ਵੀ ਹੋਰ ਮੈਂਬਰ ਨੂੰ ਕੋਈ ਸਰਕਾਰੀ ਜਾਂ ਪਾਰਟੀ ਦਾ ਕੋਈ ਲਾਹੇਵੰਦ ਅਹੁਦਾ ਨਹੀਂ ਦਿਆਂਗਾ। ਸਿਰਫ ਮੇਰਾ ਪਰਿਵਾਰ ਇੱਕ ਹੀ ਅਹੁਦੇ ਤੇ, ਇੱਕ ਹੀ ਜ਼ਿੰਮੇਵਾਰੀ ਉੱਤੇ ਕੰਮ ਕਰੇਗਾ ਔਰ ਹਲਕੇ ਦੀ ਸੇਵਾ ਕਰੇਗਾ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਜ਼ਿਆਦਾਤਰ ਲੋਕ ਲੀਡਰ ਨੇ ਜਿਹੜੇ ਉਹ ਜਿੱਤ ਕੇ ਜਾ ਕੇ ਚੰਡੀਗੜ੍ਹ ਬਹਿ ਜਾਂਦੇ ਨੇ। ਮੈਂ ਇੱਥੇ ਬੈਠ ਕੇ ਲੋਕਾਂ ਦੀ ਸੇਵਾ ਕਰਾਂਗਾ ਔਰ ਕੰਮ ਕਰਵਾਉਣ ਵਾਸਤੇ ਕਿਸੇ ਹਲਕੇ ਦੇ ਮੈਂਬਰ ਨੂੰ, ਕਿਸੇ ਵਰਕਰ ਨੂੰ, ਕਿਸੇ ਬੰਦੇ ਨੂੰ ਸਾਡੇ ਮਗਰ ਚੰਡੀਗੜ੍ਹ ਨਹੀਂ ਆਉਣਾ ਪਏਗਾ, ਬਲਕਿ ਮੈਂ ਇੱਥੇ ਬੈਠ ਕੇ ਉਹਨਾਂ ਦੇ ਕੰਮ ਕਰਾਂਗਾ ਔਰ ਕੰਮ ਭਾਵੇਂ ਚੰਡੀਗੜ੍ਹ ਦਾ ਕਿਉਂ ਨਾ ਹੋਵੇ, ਦਿੱਲੀ ਦਾ ਕਿਉਂ ਨਾ ਹੋਵੇ, ਕਰਵਾ ਕੇ ਲਿਆਣ ਕੇ ਉਹਨਾਂ ਨੂੰ ਦੇਵਾਂਗਾ। ਤੀਸਰੀ ਚੀਜ਼ ਕੀ ਹੈਗੀ ਹੈ, ਬਹੁਤ ਜ਼ਰੂਰੀ ਗੱਲ ਹੈ ਕਿ ਡਰੱਗਸ ਦਾ ਮਸਲਾ ਜਿਹੜਾ ਬਹੁਤ ਵੱਡਾ ਹੈ, ਡਰੱਗਸ ਨੂੰ ਬਿਲਕੁਲ ਖਤਮ ਕਰਨ ਲਈ ਮੈਂ ਆਪਣਾ ਪੂਰਾ ਤਨਦੇਹੀ ਨਾਲ ਜ਼ੋਰ ਲਾਵਾਂਗਾ ਔਰ ਜਿਹੜਾ ਵੀ ਬੰਦਾ ਮੇਰੀ ਜ਼ਿੰਮੇਵਾਰੀ ਫਿਕਸ ਹੋਣ ਤੋਂ ਬਾਅਦ ਇਸ ਹਲਕੇ ਦੇ ਵਿੱਚ ਡਰੱਗਸ ਨਾਲ ਸੰਬੰਧਿਤ ਪਾਇਆ ਗਿਆ, ਉਹ ਤੁਸੀਂ ਸਲਾਖਾਂ ਦੇ ਪਿੱਛੇ ਦੇਖੋਗੇ, ਉਹਨੂੰ ਮੈਂ ਕੜੀ ਤੋਂ ਕੜੀ ਸਜ਼ਾ ਦਿਵਾਉਣ ਲਈ ਦਿਨ ਰਾਤ ਇੱਕ ਕਰਾਂਗਾ। ਔਰ ਅਗਲੀ ਗੱਲ ਕਿ ਸਾਡੇ ਹਲਕੇ ਦੇ ਵਿੱਚ ਸਕੂਲਾਂ ਦੀ ਜਿਹੜੀ ਹਾਲਤ ਹੈ, ਉਹ ਇੱਕ ਸਰਕਾਰੀ ਪ੍ਰੋਗਰਾਮ ਦੇ ਮੁਤਾਬਕ ਕਾਂਗਰਸ ਪਾਰਟੀ ਨੇ ਉਹਨਾਂ ਦੀ ਇੱਕ ਅੱਛੀ ਰੈਨੋਵੇਸ਼ਨ, ਇੱਕ ਅੱਛੀ ਡਿਵੈਲਪਮੈਂਟ ਕਰ ਦਿੱਤੀ, ਲੇਕਿਨ ਉਹਦੇ ਅੰਦਰ ਕਿਸ ਸੰਬੰਧਿਤ ਵਿਸ਼ਿਆਂ ਦੇ ਨਾਲ ਸਾਨੂੰ ਟੀਚਰ ਚਾਹੀਦੇ ਨੇ, ਉਹਦੇ ਤੇ ਅੱਜ ਤੱਕ ਕਿਸੇ ਐਮਐਲਏ ਨੇ ਧਿਆਨ ਨਹੀਂ ਦਿੱਤਾ। ਮੈਂ ਇੱਕ ਵਾਅਦਾ ਕੀਤਾ ਕਿ ਹਰੇਕ ਵਿਸ਼ੇ ਨਾਲ ਸੰਬੰਧਿਤ ਮੈਂ ਇੱਥੇ ਟੀਚਰ ਲੈ ਕੇ ਆਵਾਂਗਾ ਔਰ ਜਿੰਨੇ ਸਾਡੇ ਹਸਪੀਟਲ ਨੇ, ਚਾਹੇ ਉਹ ਛੋਟੇ ਪ੍ਰਾਇਮਰੀ ਹੈਲਥ ਸੈਂਟਰ ਨੇ, ਚਾਹੇ ਉਹ ਡਿਸਪੈਂਸਰੀਆਂ ਨੇ, ਚਾਹੇ ਉਹ ਵੱਡਾ ਹਸਪੀਟਲ ਹੈ, ਉਹਦੇ ਅੰਦਰ ਆਧੁਨਿਕ ਸਹੂਲਤਾਂ ਲੈ ਕੇ ਆਉਣੀਆਂ ਔਰ ਖਾਸ ਕਰਕੇ ਉਹਦੇ ਅੰਦਰ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨਾ, ਇਹ ਮੇਰਾ ਮੁੱਖ ਟੀਚਾ ਹੋਏਗਾ। ਵਾਅਦੇ ਤੇ ਖਰਾ ਉਤਰੋਗੇ? ਪਹਿਲਾਂ ਵੀ ਵਿਧਾਇਕ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਨਸ਼ਾ ਖਤਮ ਕੀਤਾ ਜਾਊਗਾ। ਆ ਨਾਲ ਹੀ ਪਿੰਡ ਆ ਬਜੀਦਪੁਰ, ਸ਼ਰੇਆਮ ਚਿੱਟਾ ਵਿਕ ਰਿਹਾ ਅੱਜ ਵੀ। ਉਹ ਬੜਾ ਦੁਖਦਾਈ ਹੈ ਜਿਹੜਾ ਚਿੱਟਾ ਵਿਕ ਰਿਹਾ ਹੈ, ਉਹਦੇ ਲਈ ਮੈਂ ਅੱਜ ਵੀ ਪੂਰਾ ਜ਼ੋਰ ਲਾਉਣਾ ਹੈ ਤੇ ਔਰ ਮੇਰੇ ਤੋਂ ਜਿੰਨੇ ਵੀ ਐਫਰਟਸ ਹੋ ਸਕਦੇ ਨੇ ਮੈਂ ਉਹਦੇ ਨਾਲ ਲਾ ਰਿਹਾ। ਮੈਂ ਗੁਰੂ ਘਰ ਤੇ ਖੜਾ, ਇਹ ਗੁਰੂ ਦੀ ਧਰਤੀ ਹੈ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਮੈਂ ਗੁਰੂ ਵਾਲਾ। ਮੈਂ ਪ੍ਰੋਮਿਸ ਕਰਦਾ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ
ਇਹ ਜਿਹੜੇ ਦਰਜਨ ਵਜਦੇ ਨੇ ਇਹ ਮੇਰੇ ਅੱਜ ਵੀ ਆਫਿਸ ਦੇ ਵਿੱਚ ਮੇਰੀ ਕੁਰਸੀ ਦੇ ਮਗਰ ਇੱਕ ਬਕਾਇਦਾ ਬੈਨਰ ਬਣਾ ਕੇ ਲਾਏ ਗਏ ਨੇ ਔਰ ਲੋਕਾਂ ਨੂੰ ਵੀ ਘਰ ਘਰ ਮੈਂ 50,000 ਪੈਂਫਲੇਟ ਬਣਵਾ ਕੇ ਵੰਡਿਆ ਤੇ ਇਹਨਾਂ ਨੂੰ ਸੰਭਾਲ ਕੇ ਰੱਖਿਓ। ਕਿਤੇ ਮੇਰੇ 'ਚ ਤੁਹਾਨੂੰ ਕਮੀ ਨਜ਼ਰ ਆਵੇ ਤਾਂ ਮੈਨੂੰ ਕੰਨ ਤੋਂ ਆਣ ਕੇ ਫੜ ਲਿਓ। ਮੈਂ ਇਹ ਵਾਅਦੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਨਾਲ ਕਰ ਰਿਹਾ ਔਰ ਪੂਰਾ ਉਤਰਾਂਗਾ। ਮੇਰੇ ਜਿੱਥੋਂ ਤੱਕ ਇਹ ਬੋਲ ਮੇਰੀ ਜੀ ਜਾਨ ਲੱਗੇਗੀ ਮੈਂ ਉਹਦੇ ਲਈ ਲਾਵਾਂਗਾ। ਤਾਂ ਇਸੀ ਸਾਡੇ ਨਾਲ ਫਿਰੋਜ਼ਪੁਰ ਦਿਹਾਤੀ ਤੋਂ ਟਕਸਾਲੀ ਉਮੀਦਵਾਰ ਸਾਡੇ ਨਾਲ ਹੋਰ ਵੀ ਵਰਕਰ ਵੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਜੀ ਤੁਹਾਡਾ? ਹਰਬੰਸ ਸਿੰਘ, ਚੇਅਰਮੈਨ ਬਲਾਕ ਮਮਦੋਟ, ਹਲਕਾ ਫਿਰੋਜ਼ਪੁਰ ਦਿਹਾਤੀ ਦੇ ਰਹਿਣ। ਅੱਜ ਇੱਥੇ ਇਕੱਠਾ ਹੋਏ ਹੋ, ਕੀ ਕਾਰਨ ਹੈ? ਸਾਡੇ ਜੀ ਅੱਜ ਇਕੱਠਾ ਹੋਣ ਦਾ ਮੇਨ ਮਕਸਦ ਹੈ ਵੀ ਕੱਲ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਸੀ ਅਮਰਜੀਤ ਸਿੰਘ ਆਸ਼ੂ ਬਾਂਗੜ, ਉਹਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਉਹ ਅਸੀਂ ਹਾਈ ਕਮਾਂਡ ਨੂੰ ਇੱਕ ਤਾਂ ਵਧਾਈ ਦੇਣ ਵਾਸਤੇ ਇਕੱਠੇ ਹੋਏ ਹਾਂ। ਬਾਕੀ ਜਿਹੜੇ ਵਰਕਰਾਂ ਦੇ ਸਾਡੇ ਨਾਲ ਹੌਸਲੇ ਬਹੁਤ ਟੁੱਟ ਗਏ ਸੀ, ਨਾਲ ਹੀ ਵੀ ਇਹਨੂੰ ਟਿਕਟ ਦਿੱਤੀ ਜਾ ਰਹੀ ਹੈ, ਅਫਵਾਹਾਂ ਬਹੁਤ ਫੈਲ ਰਹੀਆਂ ਸੀ। ਇਹਨਾਂ ਨੂੰ ਹੌਸਲਾ ਦੇਣ ਵਾਸਤੇ ਆਏ ਵੀ ਸਾਡੀ ਹਾਈ ਕਮਾਂਡ ਪਾਰਟੀ ਕਦੀ ਵੀ ਉਸ ਬੰਦੇ ਨੂੰ ਟਿਕਟ ਨਹੀਂ ਦੇਊਗੀ ਜਿਹੜਾ ਕਿ ਅੱਜ ਤੋਂ 2 ਸਾਲ ਲਗਾਤਾਰ ਕੱਲ ਤੱਕ ਸਾਨੂੰ ਸਾਡੇ ਲੀਡਰਾਂ ਨੂੰ ਸਾਡੇ ਕਾਂਗਰਸ ਪਾਰਟੀ ਨੂੰ ਭੰਡਦਾ ਰਿਹਾ, ਨਿੰਦਦਾ ਰਿਹਾ। ਉਹਨੂੰ ਕਦੀ ਵੀ ਹਾਈ ਕਮਾਂਡ ਪਾਰਟੀ ਟਿਕਟ ਨਹੀਂ ਦੇਊਗੀ। ਕਾਂਗਰਸ ਪਾਰਟੀ ਕੋਲ ਕੈਂਡੀਡੇਟ ਦੀ ਉਮੀਦਵਾਰਾਂ ਦੀ ਕੋਈ ਘਾਟ ਨਹੀਂ। ਇਹ ਅਸੀਂ ਵਰਕਰਾਂ ਨੂੰ ਸਮਝਾਇਆ ਵੀ ਸਾਨੂੰ ਹਾਈ ਕਮਾਂਡ ਤੇ ਪੂਰਨ ਵਿਸ਼ਵਾਸ ਹੈ। ਸਾਡੇ ਹਲਕੇ ਦੇ ਕੈਂਡੀਡੇਟ ਹੀ ਦੇਣਗੇ, ਸਾਡੇ ਵਿੱਚੋਂ ਹੀ ਕੈਂਡੀਡੇਟ ਹੋਏਗਾ ਜਿਹਨੂੰ ਅਸੀਂ ਡਟ ਕੇ ਮਦਦ ਕਰਾਂਗੇ। ਚੰਗੀ ਲੀਡ ਨਾਲ ਉਹਨੂੰ ਸੀਟ ਜਿਤਾ ਕੇ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗੇ। ਅਗਰ ਪਾਰਟੀ ਆਸ਼ੂ ਬਾਂਗੜ ਨੂੰ ਟਿਕਟ ਦਿੰਦੀ ਆ ਤਾਂ ਕੀ ਸਾਥ ਦਵੋਗੇ? ਆਸ਼ੂ ਬਾਂਗੜ ਨੂੰ ਟਿਕਟ ਦੇਊਗੀ ਨਹੀਂ, ਇਹੋ ਜਿਹਾ ਫੈਸਲਾ ਕਿਉਂ ਕਰੂਗੀ? ਹਾਈ ਕਮਾਂਡ ਦਾ ਕੋਈ ਰੂਲ ਹੀ ਨਹੀਂ ਹੈਗਾ ਵੀ ਬਾਹਰੋਂ ਆਇਆ ਜਿਹੜਾ ਸਾਡੇ ਲੀਡਰਾਂ ਨੂੰ ਭੰਡਦਾ ਹੈ, ਸਿੱਧੂ ਸਾਹਿਬ ਨੂੰ ਭੰਡਦਾ ਹੈ, ਚੰਨੀ ਜੀ ਨੂੰ ਭੰਡਦਾ ਹੈ, ਉਹਨੂੰ ਟਿਕਟ ਕਿਉਂ ਦੇਊਗੀ? ਜੇ ਟਿਕਟ ਦੇਊਗੀ ਨਹੀਂ ਤਾਂ ਉਹਦੇ ਤੁਰਨ ਦਾ ਮਤਲਬ ਹੀ ਨਹੀਂ ਰਹਿ ਜਾਂਦਾ। ਜੇ ਉਹ ਕਾਂਗਰਸ ਨੂੰ ਭੰਡਦਾ ਜਾਂ ਸੀਐਮ ਨੂੰ ਭੰਡਦਾ ਤਾਂ ਫਿਰ ਉਹਨੂੰ ਸ਼ਾਮਲ ਕਿਉਂ ਕੀਤਾ ਗਿਆ? ਉਹ ਆਪਣੀ ਹਾਰ ਨੂੰ ਵੇਖਦਾ ਹੋਇਆ ਆਪ ਗਿਆ, ਉਹਨੂੰ ਵਰਕਰਾਂ ਨੇ ਮੂੰਹ ਨਹੀਂ ਲਾਇਆ। ਉਹਨੂੰ ਹਾਰ ਆਪਣੀ ਸਾਫ਼ ਦਿਸ ਰਹੀ ਸੀ। ਕਾਂਗਰਸ ਪਾਰਟੀ ਦੀ ਸਰਕਾਰ ਬੰਦੀ ਦਿਸ ਰਹੀ ਸੀ, ਸਰਕਾਰ ਦੇ ਲਾਲਚ 'ਚ ਆ ਗਿਆ। ਮੋਸਟ ਵੈਲਕਮ। ਹੁਣ ਆਸ਼ੂ ਬਾਂਗੜ ਅਗਰ ਪਿੰਡਾਂ ਵਿੱਚ ਜਾਵੇਗਾ ਤਾਂ ਕੀ ਵਿਰੋਧ ਹੋਵੇਗਾ? ਦੇਖੋ ਦੋਨੋਂ ਪਾਰਟੀਆਂ ਵਿਰੋਧ ਕਰ ਰਹੀਆਂ। ਕਾਂਗਰਸ ਪਾਰਟੀ ਜਿਹਨਾਂ ਨੂੰ ਸਾਨੂੰ ਭੰਡਦਾ ਰਿਹਾ, ਵਰਕਰ ਨੂੰ ਕਦੇ ਵੀ ਨਹੀਂ ਬਰਦਾਸ਼ਤ ਕਰਨਗੇ। ਪਿੰਡਾਂ 'ਚ ਉਹਨੂੰ ਜਾਣਾ ਮੁਸ਼ਕਲ ਹੋਏਗਾ। ਪਰ ਇਹ ਫੈਸਲਾ ਹਾਈ ਕਮਾਂਡ ਨਹੀਂ ਕਰੂਗੀ। ਮੈਂ ਬਾਰ-ਬਾਰ ਕਹਿ ਰਿਹਾ, ਹਾਈ ਕਮਾਂਡ ਕਦੀ ਵੀ ਇਹ ਫੈਸਲਾ ਗਲਤ ਫੈਸਲਾ ਨਹੀਂ ਕਰੇਗੀ। ਜਿਹੜਾ ਸਾਡੇ ਉਮੀਦਵਾਰਾਂ ਤੇ ਬਾਹਰੋਂ ਦਾ ਜਿਹੜਾ ਭ੍ਰਿਸ਼ਟਾਚਾਰ ਲਿਮਟ ਤੇ ਆਗੂ ਹੈ ਉਹ ਸਾਡੇ ਤੇ ਕਦੇ ਨਹੀਂ ਥੋਪਿਆ ਜਾਏਗਾ। ਇਹ ਸਾਨੂੰ ਪੂਰਨ ਵਿਸ਼ਵਾਸ ਹੈ ਹਾਈ ਕਮਾਂਡ ਤੇ। ਤਾਂ ਇਸੀ ਸਾਡੇ ਨਾਲ ਫਿਰੋਜ਼ਪੁਰ ਦਿਹਾਤੀ ਤੋਂ ਟਕਸਾਲੀ ਆਗੂ ਅਤੇ ਕਾਂਗਰਸੀ ਵਰਕਰ ਜਿਨ੍ਹਾਂ ਵੱਲੋਂ ਅੱਜ ਗੁਰਦੁਆਰਾ ਸਾਰਾਗੜ੍ਹੀ ਵਿਖੇ ਇੱਕ ਮੀਟਿੰਗ ਕੀਤੀ ਗਈ ਹੈ ਅਤੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਗਈ ਹੈ ਕਿ ਹਲਕੇ ਅੰਦਰ ਸ਼ਹਿਰ ਤੋਂ ਹੀ ਇੱਕ ਲੋਕਲ ਕੈਂਡੀਡੇਟ ਹਲਕੇ ਨੂੰ ਦਿੱਤਾ ਜਾਵੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਫਿਰੋਜ਼ਪੁਰ ਦਿਹਾਤੀ ਦੇ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਆ ਉਹ ਰੁਕੇ ਹੋਏ ਆ। ਨਸ਼ਾ ਜਿਹੜਾ ਉਹ ਧੜੱਲੇ ਨਾਲ ਵਿਕ ਰਿਹਾ। 5 ਸਾਲ ਪੂਰੇ ਹੋਣ ਜਾ ਰਿਹਾ ਕਾਂਗਰਸ ਦੇ, ਪਰ ਨਸ਼ਾ ਅੱਜ ਵੀ ਸ਼ਰੇਆਮ ਵਿਕ ਰਿਹਾ, ਕੋਈ ਰੋਕ ਨਹੀਂ। ਇਸ ਲਈ ਟਕਸਾਲੀ ਆਗੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਲਕੇ ਅੰਦਰ ਕੋਈ ਚੰਗਾ ਕੈਂਡੀਡੇਟ ਜਿਹੜਾ ਉਹ ਦਿੱਤਾ ਜਾਵੇ। ਫਿਰੋਜ਼ਪੁਰ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ, ਪੰਜਾਬੀ ਲੋਕ ਚੈਨਲ।